परम सत्कारयोग सतगुरां दी साजी निवाजी गुरु रूप प्यारी गुरु सवारी साध संगत जी, नितनेम कर्मानुसार परमेश्वर दे चरनां विच बैठ करके सतगुरां दे नाम नूं सुनना करदे हां, गाना करदे हां। सुनना अते गाना इस वास्ते सतगुरां ने पहलां बनाया है ताकि जिन्हें सुन लिया जिन्हें गा लिया उन्हों परमेश्वर का हुक्म मन्नण दी जांच आ जाए। गुरु नानक दा जदों असीं कलाम पढ़दे हां, इस दे विच ते पहलियां 4 पौड़ियां गुरु नानक ने सुनिया दियां ही उचारण कीतियां ने। फिर मन्ने दियां सुन के जिन्हें मन्ने है, फिर गुरु साहिब जी महाराज कहते मन लिया जिन्हों ने परमेश्वर के हुक्म नूं, उन्हां दी जिंदगी का बेड़ा बन्ने लग गया। जिंदगी जिहड़ी है मनुख दी, ये शरीर रूपी चोला परमात्मा ने जिहड़ा बख्शिया है, इहदा अपना घर है शमशान घाट। मनुखता दे मन का जिहड़ा घर है वह है परमात्मा का घर। एक शरीर रूपी चोला अपना सफ़र तय करदा अपनी बाट नेड़े कर रहा है। एक मन है जिहड़ा अपना समा जिहड़ा है वह बतीत कर रहा है। गुरु साहिब जी महाराज कहते ने, इस तो पहला शरीर अपने घर विच पहुँचे, तेरा मन पहले भगवान तक पहुँच जाना चाहिए। जीवन की ये यात्रा मनुख 3 जगह ते समाजिक लैवल, धार्मिक लैवल अते राजनीतिक लैवल, तिन्हां दे विच दी इसदी यात्रा ये लंघ रही है। समाजिक लैवल ते राजनीतिक लैवल ते तैनूं वो मिलेगा जो तैनूं सिर्फ ते सिर्फ शमशान घाट दे विच जाके मुक जाना है। गुरु नानक दे वो वचन ने जिहड़े इत्थे भी सहायता करते हैं समाज विच विचरण वास्ते, ते अगाहां चल के शमशान घाट तो बाद भी मनुख का साथ निभाते हैं। ये अकाल पुरख महाराजियां दे जिहड़े प्यारे बोल असीं पढ़ते हैं, ऐलानिया गुरु नानक अकाल पुरख महाराज जी कहते हैं कि तैनूं ये मनुखा दे ही समा मिले है। ये मनुखा देही दे हुंदियां होई तो परमेश्वर नूं मिल सकदा है। इस तो पहला कि तेरा समा बतीत होवे, क्योंकि मनुखा जिंदगी दे विच भी अवस्था 3 मिलियां ने, बचपना, जवानी ते बुढ़ेपा।
ਹੌਲੀ ਹੌਲੀ ਸਰੀਰ ਜਿਹੜਾ ਇਹ ਦਿਨੋਂ ਦਿਨ ਛਿੱਝਦਾ ਤੁਰਿਆ ਜਾਂਦਾ ਮਨੁੱਖ ਦਾ। ਤੇ ਗੁਰੂ ਸਾਹਿਬ ਜੀ ਮਹਾਰਾਜ ਫਿਰ ਇਹਨੂੰ ਸਮੇਂ ਦੇ ਮੁਤਾਬਕ ਜਿਹੜਾ ਹੈ ਉਹ ਨਾਮ ਜਪਣ ਦੀ ਪ੍ਰੇਰਨਾ ਕਰਦੇ ਨੇ ਕਿ ਕਿਤੇ ਇਹ ਨਾ ਹੋਵੇ ਕਿ ਜਿਹੜਾ ਤੇਰੇ ਅੰਦਰ ਸਰੋਵਰ ਹੈ ਉਹ ਬਿਲਕੁਲ ਹੀ ਸੁੱਕ ਜਾਵੇ। ਸੂਕੇ ਸਰਵਰ ਪਾਲ ਬੰਧਾਵੈ, ਲੂਣੈ ਖੇਤ ਹੱਥ ਵਾਰ ਕਰੈ, ਆਇਓ ਚੋਰ ਤੁਰੰਤੈ ਲੈ ਗਇਓ, ਮੇਰੀ ਰਾਖਤ ਮੁਗਧ ਫਿਰੈ। ਗੁਰਬਾਣੀ ਦੇ ਬਚਨ। ਕਿਤੇ ਇਹ ਨਾ ਹੋਵੇ ਕਿ ਜਿਹੜਾ ਤੇਰੇ ਅੰਦਰ ਦਾ ਸਰੋਵਰ ਹੈ ਉਹ ਸਾਰਾ ਹੀ ਸੁੱਕ ਜੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਸੂਕੇ ਸਰਵਰ ਪਾਲ ਬੰਧਾਵੈ। ਜਿਸ ਵਕਤ ਅੰਦਰ ਤੇਰੇ ਸਰੋਵਰ ਹੈ ਉਸ ਵਕਤ ਤੂੰ ਲਾਹਾ ਲੈ। ਕਿਤੇ ਇਹ ਨਾ ਹੋਵੇ, ਗੁਰੂ ਨਾਨਕ ਮਹਾਰਾਜ ਜੀਆਂ ਦੇ ਜਿਹੜੇ ਬਚਨ ਨੇ ਨਾ, ਇਹਨੂੰ ਇੱਕ ਸੌਖੇ ਜਿਹੇ ਤਰੀਕੇ ਨਾਲ ਅਸੀਂ ਸਮਝ ਗਏ। ਸਾਡੇ ਖੇਤ ਦੇ ਵਿੱਚ ਫਸਲ ਪੱਕੀ ਖੜੀ ਹੈ। ਪੱਕੀ ਫਸਲ ਜਦੋਂ ਕੋਈ ਪਸ਼ੂ ਜਾਨਵਰ ਖਾ ਜਾਣ ਉਸ ਫਸਲ ਨੂੰ, ਉਸ ਤੋਂ ਬਾਅਦ ਮਨੁੱਖ ਦੇ ਪਛਤਾਵਾ ਰਹਿੰਦਾ ਹੈ ਕਿ ਮੇਰੀ ਤੇ ਸਾਰੀ ਦੀ ਸਾਰੀ ਫਸਲ ਬਰਬਾਦ ਹੋ ਗਈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਖੇਤ ਦੇ ਵਿੱਚ ਫਸਲ ਹੀ ਨਾ ਰਹੀ ਤੇ ਫਿਰ ਬਾੜ ਕਿਹੜੀ ਗੱਲ ਦੀ ਕਰਨੀ ਹੈ, ਬਾਅਦ ਵਿੱਚ ਫਸਲ ਹੀ ਨਹੀਂ ਰਹੀ। ਜਿਹੜੇ ਖੇਤ ਦੇ ਵਿੱਚ ਫਸਲ ਹੀ ਨਹੀਂ ਹੁੰਦੀ, ਹੋਈ ਨਹੀਂ ਹੈ, ਫਸਲ ਖਤਮ ਹੋ ਗਈ, ਉਹਨੂੰ ਵਾੜ ਕਿਹੜੀ ਗੱਲ ਦੀ ਕਰਨੀ ਹੈ। ਹੁਣ ਵਾੜ ਕਰਨਾ। ਗੁਰੂ ਨਾਨਕ ਮਹਾਰਾਜ ਕਹਿੰਦੇ ਵਾੜ ਕਰਨੀ ਹੈ ਤੇ ਪਹਿਲਾਂ ਕਰ। ਸੂਕੇ ਸਰਵਰ ਪਾਲ ਬੰਧਾਵੈ। ਜੇ ਤੂੰ ਨਾਮ ਜਪਣਾ ਹੈ ਤੇ ਜਿਸ ਵਕਤ ਤੇਰੇ ਅੰਦਰ ਸਰੋਵਰ ਹਰਿਆ ਭਰਿਆ ਸੀ ਉਸ ਵਕਤ ਜਪ। ਹੁਣ ਤੇ ਸਾਰੇ ਦਾ ਸਾਰਾ ਅੰਦਰ ਸਰੋਵਰ ਜਿਹੜਾ ਸੀ ਸੁੱਕ ਗਿਆ। ਜਦ ਅੰਦਰੋਂ ਹੀ ਸਰੋਵਰ ਹੀ ਸੁੱਕ ਗਿਆ, ਸੂਕੇ ਸਰਵਰ ਪਾਲ ਬੰਧਾਵੈ, ਤੇ ਹੁਣ ਇਹਨੂੰ ਵਾੜ ਕਾਹਦੀ ਕਰੀ ਜਾਂਦਾ। ਨਾਮ ਜਪਣਾ ਸੀ ਤੇ ਉਦੋਂ ਜਪਣਾ ਸੀ ਜਦੋਂ ਜਿਸ ਵਕਤ ਇਹ ਤਨ ਪੂਰਨ ਰੂਪ ਦੇ ਵਿੱਚ ਕਰਮ ਕਰਦਾ ਸੀ, ਜਿਸ ਵਕਤ ਇਹਦੇ ਵਿੱਚ ਜੋਸ਼ ਸੀ। ਹੁਣ ਸਰੋਵਰ ਸੁੱਕ ਗਿਆ, ਲੂਣੈ ਖੇਤ ਹੱਥ ਵਾਰ ਕਰੈ, ਹੁਣ ਕਾਹਦੀ ਵਾੜ ਕਰੀ ਜਾਂਦਾ ਸੀ। ਆਇਓ ਚੋਰ ਤੁਰੰਤੈ ਲੈ ਗਇਓ, ਮੇਰੀ ਰਾਖਤ ਮੁਗਧ ਫਿਰੈ। ਫਿਰ ਮਨੁੱਖ ਦੇ ਅੰਦਰ ਜਿਹੜੀਆਂ ਨੇ ਜਦੋਂ ਸਮੇਂ ਸਿਰ ਵਾੜ ਨਹੀਂ ਕਰਦਾ ਤੇ ਫਿਰ ਇਸ ਦਾ ਜਿਹੜਾ ਖੇਤ ਹੈ ਉਹ ਉੱਜੜ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਹੈ ਇਸ ਦੇ ਅੰਦਰ ਵਾਸ਼ਨਾਵਾਂ ਘਰ ਕਰ ਜਾਂਦੀਆਂ ਨੇ। ਫਿਰ ਨਹੀਂ ਇਸ ਨੂੰ ਵਾਸ਼ਨਾਵਾਂ ਨਾਮ ਜਪਣ ਦਿੰਦੀਆਂ। ਭਾਵੇਂ ਸੰਗਤ ਕਰ ਰਿਹਾ ਹੈ, ਵਾਸ਼ਨਾਵਾਂ ਇਸ ਨੂੰ ਕਿਸੇ ਪਾਸੇ ਹੋਰ ਲਈ ਫਿਰਦੀ ਹੈ। ਭਾਵੇਂ ਨਾਮ ਜਪ ਰਿਹਾ ਹੈ, ਬਾਣੀ ਪੜ੍ਹ ਰਿਹਾ ਹੈ, ਬਾਣੀ ਸੁਣ ਰਿਹਾ ਹੈ, ਵਾਸ਼ਨਾਵਾਂ ਇਹਨੂੰ ਟਿਕਣੇ ਨਹੀਂ ਦਿੰਦੀ। ਗੁਰੂ ਸਾਹਿਬ ਜੀ ਮਹਾਰਾਜ ਦਾ ਇੱਕ ਬਚਨ ਹੈ, ਭੁੱਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ। ਜਿਹੜੇ ਰੱਬ ਦੇ ਪਿਆਰੇ ਭਗਤ ਨੇ ਉਹਨਾਂ ਨੇ ਵੀ ਪਰਮਾਤਮਾ ਤੋਂ ਕੁਝ ਮੰਗਿਆ, ਪਰ ਉਹਨਾਂ ਦੇ ਮੰਗਣੇ ਵਿੱਚ ਅਤੇ ਦੁਨਿਆਵੀ ਮਨੁੱਖ ਦੇ ਮੰਗਣੇ ਦੇ ਵਿੱਚ ਫਰਕ ਹੈ। ਮੰਗਦੇ ਸਾਰੇ ਨੇ,
ਭੁੱਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ। ਹਉ ਮੰਗੋ ਸੰਤਨ ਰੇਨਾ, ਮੈਂ ਨਾਹੀ ਕਿਸੀ ਕਾ ਦੇਨਾ। ਭਗਤਾਂ ਦਾ ਮੰਗਣਾ ਇਹ ਹੈ। ਦੁਨਿਆਵੀ ਮਨੁੱਖ ਜਦੋਂ ਕੋਈ ਪਰਮਾਤਮਾ ਤੋਂ ਮੰਗਦਾ ਹੈ, ਵਾਸ਼ਨਾ ਦੇ ਵਸ ਹੋ ਕੇ ਮੰਗਦਾ, ਵਾਸ਼ਨਾਵਾਂ ਦਾ ਵਜ੍ਹਾ ਮੰਗ ਰਿਹਾ ਹੈ। ਜਦੋਂ ਭਗਤ ਮੰਗਦੇ ਨੇ ਪਰਮਾਤਮਾ ਤੋਂ, ਉਹ ਕੇਵਲ ਤੇ ਕੇਵਲ ਕਾਮਨਾਵਾਂ ਕਰਕੇ ਮੰਗਦੇ ਨੇ। ਭਗਤਾਂ ਦਾ ਮੰਗਣਾ ਤੇ ਦੁਨਿਆਵੀ ਮਨੁੱਖ ਦਾ ਮੰਗਣਾ, ਇਸ ਪੰਗਤੀ ਦੇ ਵਿੱਚ ਬੜੇ ਸੁਚੱਜੇ ਢੰਗ ਨਾਲ ਸਤਿਗੁਰਾਂ ਨੇ ਬਿਆਨ ਕੀਤਾ। ਭੁੱਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ। ਭੁੱਖਿਆਂ ਤੋਂ ਭਗਤੀ ਨਹੀਂ ਹੋਣੀ। ਸਰੀਰ ਭੁੱਖਾ ਹੈ, ਤਨ ਭੁੱਖਾ ਹੈ, ਤਾਂ ਭਗਤੀ ਕਿਵੇਂ ਹੋਵੇਗੀ? ਜੇ ਤੇ ਮਨੁੱਖ ਇਹ ਦੋ ਹੀ ਪੰਗਤੀਆਂ ਪੜ੍ਹ ਕੇ ਚੁੱਪ ਕਰ ਜੇ, ਭੁੱਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ, ਜੇ ਤੇ ਦੋ ਹੀ ਪੰਗਤੀਆਂ ਪੜ੍ਹ ਕੇ ਪਿੱਛੇ ਹਟ ਗਿਆ, ਚੁੱਪ ਕਰ ਗਿਆ, ਫਿਰ ਤੇ ਇਹਦੀ ਸਮਝ ਦੇ ਵਿੱਚ ਨਹੀਂ ਕੁਛ ਆਉਣਾ ਕਿ ਰੱਬ ਦੇ ਭਗਤ ਵੀ ਮੰਗਦੇ ਰਹੇ ਨੇ ਤੇ ਮੈਂ ਵੀ ਮੰਗ ਰਿਹਾ। ਫਿਰ ਇਹ ਵਿਚਾਰਾ ਕਦੇ ਨਾ ਕਦੇ ਸਮਝ ਵੀ ਲੈਂਦਾ ਵੀ ਜਿੱਡੇ ਰੱਬ ਦੇ ਪਹਿਲਾਂ ਭਗਤ ਹੋਏ ਨੇ, ਸ਼ਾਇਦ ਮੈਂ ਵੀ ਉਹਨਾਂ ਭਗਤਾਂ ਜਿੱਦਾਂ ਹੀ ਹਾਂ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਹਉ ਮੰਗੋ ਸੰਤ ਨਰੇਨਾ, ਮੈਂ ਨਾਹੀ ਕਿਸੀ ਕਾ ਦੇਨਾ। ਭਗਤਾਂ ਦਾ ਮੰਗਣਾ, ਐ ਮੇਰੇ ਪਰਮਾਤਮਾ ਅੱਲਾਹ ਤਾਲਾ, ਮੈਂ ਸਿਰਫ ਓਨੀ ਮੰਗ ਰਿਹਾ ਕਿ ਜੇ ਤੂੰ ਮੈਨੂੰ ਅੱਜ ਦਾ ਦਿਨ ਦਿੱਤਾ ਹੈ ਜ਼ਿੰਦਗੀ ਜਿਉਣ ਵਾਸਤੇ, ਤੇ ਅੱਜ ਦੇ ਦਿਨ ਦਾ ਮੈਨੂੰ ਭੋਜਨ ਵੀ ਦੇ ਦੇ। ਅੱਜ ਦੇ ਦਿਨ ਦਾ ਹਉ ਮੰਗੋ ਸੰਤ ਨਰੇਨਾ, ਮੈਂ ਨਾਹੀ ਕਿਸੀ ਕਾ ਦੇਨਾ। ਲਓ, ਰੱਬ ਦੇ ਪਿਆਰਿਆਂ ਦਾ ਮੰਗਣਾ, ਦੋਏ ਸੇਰ ਮੰਗੋ ਚੂਨਾ, ਪਾਓ ਘੀਓ ਸੰਗ ਲੂਨਾ। ਦੋਏ ਸੇਰ, ਦੋ ਸੇਰ ਮੰਗੋ ਚੂਨਾ। ਚੂਨਾ ਕਹਿੰਦੇ ਨੇ ਆਟੇ ਨੂੰ। ਐ ਮੇਰੇ ਪਰਮਾਤਮਾ, ਜੇ ਅੱਜ ਦਾ ਦਿਨ ਦਿੱਤਾ ਹੈ ਤੇ ਅੱਜ ਦੇ ਦਿਨ ਵਾਸਤੇ, ਤੇਰੀ ਬੰਦਗੀ ਕਰਨ ਵਾਸਤੇ ਮੈਨੂੰ ਦੋ ਸੇਰ ਆਟੇ ਦੀ ਲੋੜ ਪੈਂਦੀ ਹੈ। ਦੋਏ ਸੇਰ ਮੰਗੋ ਚੂਨਾ, ਸਿਰਫ ਕਾਮਨਾਵਾਂ ਕਰਕੇ, ਵਾਸ਼ਨਾਵਾਂ ਕਰਕੇ ਨਹੀਂ। ਵਾਸ਼ਨਾ ਦਾ ਬੱਧਾ ਮਨੁੱਖ ਆਉਂਦਾ ਜਾਂਦਾ ਹੈ। ਵਾਸ਼ਨਾਵਾਂ ਤੇ ਕਾਮਨਾਵਾਂ, ਫਰਕ ਹੈ ਰੱਬ ਦੇ ਪਿਆਰਿਆਂ ਵਿੱਚ ਮੰਗਣ ਦਾ ਅਤੇ ਰੱਬ ਦੇ ਪਿਆਰਿਆਂ ਦਾ ਮੰਗਣ ਦਾ ਅਤੇ ਦੁਨਿਆਵੀ ਮਨੁੱਖ ਦੇ ਮੰਗਣ ਦਾ। ਜੇ ਪਰਮਾਤਮਾ ਅੱਜ ਦਾ ਦਿਨ ਦਿੱਤਾ ਨਾ ਜ਼ਿੰਦਗੀ ਜਿਉਣ ਵਾਸਤੇ, ਤੇ ਦੋ ਸਿਰ ਆਟਾ ਵੀ ਦੇ। ਪਾਓ ਘੀਓ ਸੰਗ ਲੂਨਾ। ਐ ਮੇਰੇ ਪਰਮਾਤਮਾ, ਫਿਰ ਇਕੱਲੇ ਆਟੇ ਦੇ ਨਾਲ ਘਿਓ ਵੀ ਚਾਹੀਦਾ ਹੈ। ਆਟਾ, ਦੋਏ ਸੇਰ ਮੰਗੋ ਚੂਨਾ, ਦੋਏ ਸੇਰ ਤੇ ਆਟਾ ਚਾਹੀਦਾ ਅੱਜ ਦੇ ਦਿਨ ਵਾਸਤੇ। ਬਸ ਆਹੀ ਰੱਬ ਦੇ ਤੇ ਦੁਨਿਆਵੀ ਦੇ ਮਨੁੱਖਾਂ ਦੇ ਵਿੱਚ ਫਰਕ ਹੈ, ਰੱਬ ਦੇ ਭਗਤਾਂ ਵਿੱਚ, ਕਿ ਜੇ ਕਿਤੇ ਵਾਸ਼ਨਾਵਾਂ ਦੇ ਬੱਝੇ ਹੋਏ ਮਨੁੱਖ ਨੇ ਮੰਗਣਾ ਹੁੰਦਾ ਆਟਾ, ਤੇ ਫਿਰ ਉਹ ਦੋ ਸੇਰ ਨਹੀਂ ਮੰਗਦਾ। ਉਹ ਤਾਂ ਫਿਰ ਦੋ ਜਹਾਨਾਂ ਵਾਸਤੇ ਪਰਮਾਤਮਾ ਤੋਂ ਆਟਾ ਮੰਗਦਾ ਹੈ। ਮੈਂ ਵੀ ਖਾਵਾਂ, ਪੁੱਤ ਵੀ ਖਾਣ, ਪੋਤੇ ਵੀ ਖਾਣ, ਪੜਪੋਤਰੇ ਵੀ ਖਾਣ, ਅਗਾਹਾਂ ਵੱਡਾ ਲੰਬਾ ਚਲਿਆ ਜਾਂਦਾ। ਕਦੇ ਕੋਈ ਮਨੁੱਖ ਦੇਖਿਆ ਕਿ ਦੋ ਸਿਰ ਆਟਾ ਮੰਗ ਕੇ ਤੇ ਫਿਰ ਚੁੱਪ ਕਰ ਜੇ ਕਿ ਪਰਮਾਤਮਾ ਇੰਨਾ ਕੀ ਦੇ ਦੇ? ਕਿਉਂਕਿ ਮਨੁੱਖ ਕਿਹੜਾ ਇਸ ਗੱਲ ਤੇ ਖੜਾ ਵੀ ਮੇਰੀ ਤਾਂ ਅੱਜ ਦੀ ਜ਼ਿੰਦਗੀ ਹੈ। ਇਹ ਵਰਤਮਾਨ ਸਮੇਂ ਦੇ ਵਿੱਚ ਤੇ ਕਦੇ ਆਇਆ ਹੀ ਨਹੀਂ, ਜਾਂ ਤੇ ਭੂਤ ਕਾਲ ਦੇ ਵਿੱਚ ਤੁਰਿਆ ਫਿਰਦਾ, ਜਾਂ ਭਵਿੱਖ ਕਾਲ ਦੇ ਵਿੱਚ, ਵਰਤਮਾਨ ਦੇ ਵਿੱਚ ਸਮੇਂ ਦੇ ਵਿੱਚ ਆਇਆ ਨਹੀਂ। ਜਿਹੜਾ ਮਨੁੱਖ ਵਰਤਮਾਨ ਸਮੇਂ ਦੇ ਵਿੱਚ ਆਵੇਗਾ, ਉਹੀ ਰੱਬ ਦਾ ਭਗਤ ਹੈ।
ਗੁਰਬਾਣੀ ਹਰ ਇੱਕ ਮਨੁੱਖ ਨੂੰ ਭੂਤ ਕਾਲ ਦੀਆਂ ਯਾਦਾਂ ਵਿੱਚੋਂ ਕੱਢ ਕੇ, ਭਵਿੱਖ ਕਾਲ ਦੀ ਚਿੰਤਾ ਦੇ ਵਿੱਚੋਂ ਕੱਢ ਕੇ ਵਰਤਮਾਨ ਸਮੇਂ ਦੇ ਵਿੱਚ ਲੈ ਕੇ ਆਉਂਦੀ ਹੈ ਕਿ ਤੂੰ ਹੁਣ ਵਾਲੇ ਸਮੇਂ ਦੇ ਵਿੱਚ ਆ ਜਾ। ਜੋ ਤੇਰੇ ਲੰਘ ਗਏ ਸਵਾਸ ਉਹ ਵੀ ਲੰਘ ਗਏ, ਜਿਹੜੇ ਆਉਣੇ ਨੇ ਉਹਨਾਂ ਦੀ ਕੋਈ ਉਮੀਦ ਨਹੀਂ। ਜਿਹੜਾ ਤੇਰੇ ਮੁੱਖ ਦੇ ਵਿੱਚ ਸਵਾਸ ਹੈ ਬਸ ਐਸੇ ਦੀ ਆਸ ਰੱਖ। ਵਰਤਮਾਨ ਸਮਾਂ ਇਸ ਨੂੰ ਕਹਿੰਦੇ ਨੇ ਕਿ ਤੂੰ ਕੇਵਲ ਤੇ ਕੇਵਲ ਵਰਤਮਾਨ ਸਮੇਂ ਦੇ ਵਿੱਚ ਆ ਜਾ। ਤੇ ਮਨੁੱਖ ਕਦੇ ਵਰਤਮਾਨ ਸਮੇਂ ਦੇ ਵਿੱਚ ਆਉਂਦਾ ਨਹੀਂ। ਇਹ ਜਦ ਵੀ ਗੱਲ ਕਰਦਾ ਹੈ ਹਮੇਸ਼ਾ ਭੂਤ ਕਾਲ ਦੀ ਗੱਲ ਕਰਦਾ ਹੈ, ਹਮੇਸ਼ਾ। ਮਨੁੱਖ ਨੂੰ ਸੁਚੇਤ ਹੋਣਾ ਚਾਹੀਦਾ ਗੁਰਬਾਣੀ ਦੇ ਅਨੁਸਾਰ। ਗੁਰੂ ਸਾਹਿਬ ਜੀ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ। ਕਰੋੜਾਂ ਹੀ ਭੂਤ ਪ੍ਰੇਤ ਨੇ। ਕਿਹੜੇ ਨੇ? ਜਿਹੜੇ ਪਿਛੋਕੜ ਲੰਘੇ ਹੋਏ ਸਮੇਂ ਦੀਆਂ ਯਾਦਾਂ ਨੂੰ ਕਰ ਕਰਕੇ ਰੋਂਦੇ ਤੇ ਹੱਸਦੇ ਨੇ। ਭੂਤ ਹੀ ਨੇ, ਹੋਰ ਕੀ ਨੇ। ਇਹਨਾਂ ਨੂੰ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੁਖਮਨੀ ਸਾਹਿਬ ਦੇ ਅੰਦਰ ਕਹਿੰਦੇ ਨੇ ਭੂਤ ਕਾਲ। ਲੰਘਿਆ ਹੋਇਆ ਸਮਾਂ ਯਾਦ ਕਰ ਕਰਕੇ ਉਹਨੂੰ ਹੱਸਣਾ ਤੇ ਉਹਨੂੰ ਰੋਣਾ। ਤੇ ਸਾਰੀ ਦੁਨੀਆ ਦੀ ਇਹ ਗੱਲ ਦੀ ਫਿਦਰਤ ਬਣੀ ਹੋਈ ਹੈ ਲੰਘੇ ਹੋਏ ਸਮੇਂ ਦੀ, ਕੱਲ ਦੀ। ਜੋ ਲੰਘ ਗਿਆ ਉਹਨੂੰ ਯਾਦ ਕਰ ਕਰਕੇ ਹੱਸਣਾ ਤੇ ਉਹਨੂੰ ਯਾਦ ਕਰ ਕਰਕੇ ਰੋਣਾ। ਬੜੀ ਦੁਨੀਆ ਇਸ ਸਮਾਜਿਕ ਲੈਵਲ ਤੇ ਸਾਰੀ ਦੁਨੀਆ ਇਸੇ ਪੱਖ ਵੱਲ ਜਾ ਰਹੀ ਹੈ। ਰਾਜਨੀਤਿਕ ਲੈਵਲ ਤੇ ਦੁਨੀਆ ਨੇ ਇਸ ਪਾਸੇ ਜਾਣਾ ਹੀ ਜਾਣਾ। ਜਿਹੜਾ ਧਾਰਮਿਕ ਵਿਸ਼ਾ ਹੈ, ਗੁਰਬਾਣੀ ਦਾ ਜਿਹੜਾ ਵਿਸ਼ਾ ਹੈ, ਗੁਰਬਾਣੀ ਮਨੁੱਖ ਨੂੰ ਇਸ ਗੱਲ ਤੇ ਰੋਕਦੀ ਹੈ ਲਿਆ ਕੇ ਕਿ ਤੂੰ ਵਰਤਮਾਨ ਸਮੇਂ ਦੇ ਵਿੱਚ ਆ ਜਾ, ਹੁਣ ਵਾਲੇ ਸਮੇਂ ਦੇ ਵਿੱਚ ਆ ਜਾ। ਤੇ ਵਰਤਮਾਨ ਦੇ ਵਿੱਚ ਮਨੁੱਖ ਆਉਣਾ ਨਹੀਂ ਚਾਹੁੰਦਾ। ਤੇ ਇਸੇ ਕਰਕੇ ਜਿਹੜਾ ਗੁਰਬਾਣੀ ਦੇ ਨਾਲ ਮਨੁੱਖ ਦਾ ਸੰਬੰਧ ਨਹੀਂ ਜੁੜਦਾ। ਹੋਰ ਕੀ ਹੈ? ਹੋਰ ਕੋਈ ਬੰਦਾ ਪਰਮਾਤਮਾ ਤੋਂ ਬਹੁਤਾ ਦੂਰ ਨਹੀਂ ਜਾ ਸਕਦਾ। ਤੇ ਪਰਮਾਤਮਾ ਜਿਹਨੇ ਸਾਨੂੰ ਪੈਦਾ ਕੀਤਾ ਉਹ ਸਾਡੇ ਅੰਦਰ ਬੈਠਾ, ਉਹ ਤੇ ਘਟਾ ਘਟਾਂ ਦੇ ਵਿੱਚ ਵਸ ਰਿਹਾ। ਗੁਰਬਾਣੀ ਮਨੁੱਖ ਨੂੰ ਵਰਤਮਾਨ ਸਮੇਂ ਦੇ ਵਿੱਚ ਲੈ ਕੇ ਆਉਂਦੀ ਹੈ। ਭਗਤਾਂ ਦਾ ਮੰਗਣਾ ਹੈ ਕਿ ਪਰਮਾਤਮਾ ਜੇ ਅੱਜ ਦਾ ਦਿਨ ਜ਼ਿੰਦਗੀ ਜਿਉਣ ਵਾਸਤੇ ਦਿੱਤਾ ਤੇ 2 ਸਿਰ ਆਟਾ ਦੇ ਦੇ। ਮਨੁੱਖ 2 ਸਿਰ ਆਟੇ ਤੇ ਨਹੀਂ ਰੁਕਦਾ। ਵਾਸ਼ਨਾ ਦਾ ਵੱਜਿਆ ਬੜਾ ਕੁਛ ਮੰਗ ਰਿਹਾ, ਬੜਾ ਕੁਛ ਮੰਗ ਰਿਹਾ। ਤੇ ਕੱਲਾ ਇਹ ਮੰਗਦਾ ਹੀ ਨਹੀਂ ਹੈ, ਇਹ ਆਪਣੀ ਜ਼ਿੰਦਗੀ ਦੇ ਅੰਦਰ ਤਿਆਰੀਆਂ ਵੀ ਕਰਕੇ ਰੱਖਦਾ ਹੈ। ਆਉਣ ਵਾਲੇ ਸਮੇਂ ਦੀਆਂ ਬੜੀਆਂ ਤਿਆਰੀਆਂ ਕੀਤੀਆਂ ਹੁੰਦੀਆਂ ਨੇ ਮਨੁੱਖ ਨੇ। ਜਿਹੜੇ ਇਹੋ ਜਿਹੇ ਮਨੁੱਖ ਨੇ ਉਹ ਹਮੇਸ਼ਾ ਹੀ ਜਿਹੜਾ ਹੈ ਭੂਤ ਪ੍ਰੇਤਾਂ ਵਰਗੀ ਉਹਨਾਂ ਦੀ ਜ਼ਿੰਦਗੀ ਹੁੰਦੀ ਹੈ ਕਿ ਮੇਰੇ ਵਾਸਤੇ ਵੀ ਇੰਨਾ ਕੁਛ ਹੋਵੇ, ਮੇਰੇ ਪੁੱਤ ਵਾਸਤੇ ਉਦੋਂ ਵੀ ਵੱਧ ਹੋਵੇ ਤੇ ਪੋਤਿਆਂ ਵਾਸਤੇ ਉਦੋਂ ਵੀ ਵੱਧ ਹੋਵੇ। ਇੱਕ ਗੁਰਮੁਖ ਪਿਆਰੇ ਦੇ ਇਸੇ ਦਰਸ਼ਨ ਵੀ ਹੋਏ ਸੀ। ਉਹਨੇ ਘਰ ਮਕਾਨ ਚੰਗੀ ਕੋਠੀ ਬਣੀ ਸੀ ਉਹਦੀ। ਕਹਿੰਦਾ ਜੀ ਕੋਠੀ ਦੇ ਉੱਪਰ ਇੱਕ ਮਕਾਨ ਹੋਰ ਬਣਾਉਣਾ ਹੈ, ਅਰਦਾਸ ਕਰਨੀ ਹੈ। ਅਰਦਾਸ ਬੇਨਤੀ ਤੋਂ ਬਾਅਦ ਚਲੋ ਸਹਿ ਸਵਾਏ ਗੱਲਾਂ ਚੱਲ ਪਈਆਂ ਬੈਠਿਆਂ ਦੀਆਂ। ਮੈਂ ਕਿਹਾ ਗੁਰਮੁਖਾ ਇੱਕੋ ਤੇਰੇ ਬੇਟਾ ਹੈ, ਬੇਟੀ ਆਪਣੇ ਘਰ ਚਲੀ ਗਈ ਤੇ ਜਿਹੜਾ ਉੱਪਰ ਤੋਂ ਹੋਰ ਮਕਾਨ ਬਣਾ ਰਿਹਾ ਇਹ ਕਿਸ ਵਾਸਤੇ ਬਣਾ ਰਿਹਾ? ਇੱਕ ਬੇਟੇ ਵਾਸਤੇ ਤਾਂ ਏਡੀ ਕੋਠੀ ਬਹੁਤ ਹੈ। ਕਹਿੰਦਾ ਜੀ ਮੇਰਾ ਪੁੱਤ ਆਉਣ ਵਾਲੇ ਸਮੇਂ ਦੇ ਵਿੱਚ ਵਿਆਹਿਆ ਜਾਊ। ਮੈਂ ਕਿਹਾ ਕੋਈ ਸ਼ੱਕ ਨਹੀਂ। ਤੇ ਕਹਿੰਦਾ ਜੇ ਉਹਦੇ 2 ਮੁੰਡੇ ਹੋਏ ਕਹਿੰਦਾ ਫਿਰ ਤਾਂ ਵਾਲੇ ਪੋਸ਼ਣ ਦੇ ਵਿੱਚ ਅੱਡ ਤਾਂ ਹੋ ਜਾਣਗੇ। ਕਿੱਡੀ ਵੱਡੀ ਹੈਰਾਨਗੀ ਦੀ ਗੱਲ ਹੈ। ਠੀਕ ਹੈ, ਔਲਾਦ ਵਾਸਤੇ, ਕੁਟੁੰਬ ਵਾਸਤੇ ਸਭ ਕੁਝ ਕਰੋ, ਫਿਰ ਤਾਂ ਕਮਾਈ ਕਰੋ। ਐਡੀਆਂ ਵੱਡੀਆਂ ਵੀ ਆਸਾਂ ਨਹੀਂ ਲਾਉਣੀਆਂ ਚਾਹੀਦੀਆਂ, ਵੱਡੀਆਂ ਆਸਾਂ। ਅਗਾਹਾਂ ਵਾਲੀਆਂ ਪੀੜ੍ਹੀਆਂ ਵਾਸਤੇ ਭੋਜਨ ਤਿਆਰ ਕਰਕੇ ਰੱਖਣਾ ਇਹ ਵਾਸ਼ਨਾਵਾਂ ਵਾਲੇ ਮਨੁੱਖ ਦੀ ਗੱਲ ਹੈ। ਕਾਮਨਾਵਾਂ ਦੇ ਵਸ ਹੋ ਕੇ ਭਗਤ ਨੇ ਮੰਗਿਆ 2 ਸਿਰ ਆਟਾ। ਗੁਰਬਾਣੀ ਦਾ ਸ਼ਬਦ ਮੈਂ ਆਪ ਜੀਆਂ ਦੇ ਸਾਹਮਣੇ ਰੱਖ ਰਿਹਾ ਨਾਲ ਨਾਲ। ਭੁੱਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ। 2 ਸੇਰ ਮੰਗੋ ਚੂਨਾ, ਪਾਓ ਘੀਓ ਸੰਗ ਲੋਨਾ। ਹਉ ਮੰਗੋ ਸੰਤ ਨਰੇਨਾ, ਮੈਂ ਨਾਹੀ ਕਿਸੀ ਕਾ ਦੇਣਾ। ਐ ਮੇਰੇ ਪਰਮਾਤਮਾ, ਮੈਂ ਇਸ ਵਾਸਤੇ ਤੁਹਾਥੋਂ ਮੰਗ ਰਿਹਾ ਕਿ ਮੈਨੂੰ ਜਿਹੜਾ ਅੱਜ ਦਾ ਦਿਨ ਮਿਲਿਆ ਹੈ
इस भोजन के नाल मैं तुहाडी बंदगी कर सकां, इस वास्ते मंग रहे हैं। दोए सेर मांगो चूना, पाओ घीओ संग लूना। पाओ घीओ, पाओ दे अर्थ ने पाइया। परमात्मा पाइया मैनू घिओ भी दे ते ओदे नाल मैनू कुछ लूण भी दे। पाओ घीओ संग लूना, अध सेर मांगो दाले, अद्धा सेर मैनू परमात्मा दाल भी दे। मौका दोनों वक्त जीवाले। जे परमात्मा तू चाहुंदा है ना कि मैं अज दोने वक्त जिउंदा रहूँगा, नोट कर लेना। जे परमात्मा तू चाहुंदा है कि अज का दिन तैनू दिता है, दोने वक्तां दे विच तू जिउंदा रहेगा, तो दोनों वक्तां वास्ते मैनू इन्नियां क वस्तुआं की लोड़ पैनी है ताकि मैं तेरी बंदगी कर सकां। पाओ घीओ संग लूना, अध सेर मांगो दाले, मोको दोनों वक्त जिवाले। खाट मांगो चौपाई, सिरहाना अवर तुलाई। गुरबाणी का शब्द चौपाई। जे परमात्मा तू अज दी चाहुंदा है कि मैं अज दी रात जिउंदा रहना है, तो मैनू एक चौपाई भी चाहिदी है थले विछाउण वास्ते, ते नाल मैनू एक सिरहाना भी चाहिदा है, नाल मैनू ये तन ढकण वास्ते कोई वस्त्र भी चाहिदा है। ए तीन चीज़ां मैनू अज दी रात वास्ते परमात्मा चाहिदियां ने। अगर भाई जे परमात्मा तू ये गल कहना कि तू अज दी रात जिउंदा रहेगा, ये तीन चीज़ां ही चाहिदियां ने। खाट मांगो चौपाई, सिरहाना अवर तुलाई। ऐ मैनू चाहिदियां ने। एक कामनावां करके है, वाशनावां करके मनुख इन्ना कुछ मंग के परमात्मा तो चुप नहीं हुंदा। कदे मंगिया परमात्मा तो पहली गल तो मनुख ये गल कहंदे ही नहीं परमात्मा नूं कि परमात्मा तू बहुत वधिया कीता आपदियां ने जिहड़ा मैनू अज दा दिन देता। क्योंकि मनुख किहड़ा रात नूं कह के पैंदा कि अज दी रात मेरी आखिरी रात हो सकती है। मनुख तो कहंदा मैं सुबह उठांगा, मैं ये करना है, वो करना है, महीने विच करना है, 6 महीनों विच करना है, साल नूं मैं करूँ, 2 साल नूं मैं करूँ। बड़ा कुछ ही तो वड्डियां वड्डियां आसां ला के रखदा। ते जिवें जिवें इस मनुख दीयां आसां ने, उवें उवें इहदियां वासनावां दिनों दिन वधदियां जांदियां तुरियां ने, वधदियां जांदियां ने। मनुख नूं इन्ना कोई भी चीज़ तड़फाउंदी नहीं है जिन्नियां इहदियां वासनावां तड़फाउंदियां ने, जिन्नियां इहदियां वासनावां तड़फा रही ने। फिर भगत जी कहंदे ओ परखो मांगो खींदा, तेरी भगत करो जन थींदा। मैं नाही कीता नब्बो, एक नाम तेरा मैं फबो। ऐ मेरे परमात्मा, जे तुसी चाहुंदे हो कि मैं अज दी रात जिउंदा रहना है, तो मैनू ये वस्तुआं दे ताकि इन्हां वस्तुआं दे नाल मैं तुहानूं चेते कर सकां। क्योंकि जिहड़े रब दे भगत होए ने, अंदरों ते उन्हां दा पूर्ण रूप दे विच मान सरोवर दे नाल परपक्ष सन, पर बाहरों जिहड़ी सी अत दी गरीबी हंडाई है सारे भगतां ने। किसी भगत का जीवन तक लो, बाहरों अत दे गरीब ने, बड़ी गरीबी सी रविदास भगत ते, बड़ी गरीबी कबीर साहब जियां ते, जिन्ने भगतां दा सी जीवन तक लईए। बाहरों गरीबी बड़ी है, अंदरों जिहड़ा मान सरोवर सी भगतां ने वो नहीं सुकण दिता। बस इत्थे ही फर्क है
कि दुनियावी मनुख बाहरों अपनी खेती नूं हरी भरी कर लैंदा, अंदरों इहदा सरोवर सुक जाता है। भगतां ने अपनी खेती अंदरों हरिया भरिया रखिया होया है ते बाहरों जिहड़ा है उन्हां दे विच कोई बहुता उन्हां दे कोल धन पदार्थ कोई बहुते बड़े बंगले नहीं सी। इसे करके ते दुनिया भगतां दे अगे झुकती है, जिहड़े महात्मा साधु हुंदे ने उन्हां दे अगे झुकदी है, क्योंकि उन्हां दा जीवन जिहड़ा हमेशा अंदरों हरिया भरिया हुंदा है। अंदरों जीवन हरे भरे दी निशानी है। कुछ निशानियां ने उस दियां, ओहदियां निशानियां ने अंदरों जीवन हरे भरे दियां कि वह कदे किसी दे नाल वैर विरोध नहीं रखेगा, कदे किसी दे नाल ईरखा नहीं रखेगा, ईरखा द्वेष नहीं रखता। कदे उहदे कोल चल के उहदा दुश्मन वग जे, कदे वो चितारेगा नहीं कि यह तो मेरा दुश्मन है, मैं इहदा भला नहीं करना, ऐसा नहीं। जेड़े जिन्हां दी खेती अंदरों हरी भरी है ते जिन्हां दी खेती अंदरों बिल्कुल सुक्या होया सरोवर है, वो तो फिर आपदे रिश्तेदारां दे घर उजाड़ दिंदे ने, वो छड्डदे नहीं किसी नूं। गुरु नानक अकाल पुरख महाराज की जिहड़ी बाणी है, जो कुछ असीं अज तक कीता है वो भी साडे सामने रखदी है, अते जिथे जाके साडा जीवन बर्बाद होना है वो भी साडे सामने रखदी है। जे मनुख अपनियां हाथ जोड़ के गलतियां मन लवे परमात्मा दे अगे, परमात्मा उन्होंने सही रास्ता दिखा देंदे, पर हजे तक ये मनन वास्ते तैयार नहीं है। जे मन गया तो फिर गुरु साहिब जी महाराज ते गुरु नानक अमृत वेले कह देंदे ने, मन्ने की गत कही ना जाए, इदा गत ही नहीं कही जानी। इहदी गति किवें कही जा सकती है? जदों ये मन गया, सामने दुश्मन आ जावे उहदा भी भला करदे ने साधु महात्मा तत्वेते, उहदा भी भला करदे ने। वासनावां दे वधे होए मनुख दे सामने अपना सका बैठा होवे, उहदे ते भी ये भला नहीं कर सकता, नहीं करेगा, उहदा भी भला नहीं कर सकता। ते भगतां ने बाहरों बड़ी गरीबी हंडाई है, ते जिन्हां ने बाहरों गरीबी हंडाई है, अंदरों मान सरोवर नूं सही सलामत रखे है, अज दुनिया सजदा उन्हां नूं ही करदी है। बाहर दुनियावी तौर ते बड़े बड़े राजे महाराजे होए ने। किसी कवि ने कलम दे नाल लिखे है सार किताबली दे अंदर, कहते जिनके रथ नेम दरारन के सत सागर हैं अबलो जग माही, जिन चापन गोशन के बलते सब सागर सैल बटोर धरे तर माही, सुरराज डरे जिनके बलते जमराज जिते जिहने जग माही, मन ते जग भीतर नाहि रहे अब और रहे कहो को जग माही। एडे बड़े राजे महाराजे जिनके रथ नेम दरारन के सत सागर हैं, महाराजे सगड़ दा जिथों दे एक बारे रथ लंघ गया, धरती पाड़ के दफाड़ हो गई, उन्होंने नाम ते समुंदर चलते हैं। जिन चापण गोशन के बलते सब सागर बटोर धरे धर माही, जिन्हां दियां बाहां दे विच इन्ना जोर सी, इन्ना जोर सी, दुनिया दे सारे पत्थर इकट्ठे कर करके उन्होंने पत्थरां तो पहाड़ पैदा कर दिते ने, एडा वड्डा उन्हां दे विच जोर सी। सुर राज डरे जिनके बलते 33 करोड़ देवी देवते का मालक, जिन्हां दे बल तो जिन्हां दे जोर तो डरदा सी, जमराज जिते जिहने जग माही, जिन्हां ने जमा दे राज नूं जिन्हां ने जित्या होया सी, जेड़े 33 करोड़ देवी देवते का मालक डरदा सी उन्हां तो, कहंदे जे इन्हां दी नज़र मेरे सिंघासन वाल आ गई, इन्हां दे कोल इन्ना बल है कि मेरा सिंघासन भी पट के लै जाणगे, पर मन ते जग भीतर नाहे रहे अब और रहे कहो को जग माही। नहीं रहा कोई जग विच, नहीं रहा। बड़े 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 होए ने, सब चले गए, सब ने इत्थों चले जाना है। तो गुरु साहिब जी महाराज कहते ये ना होवे कि सारी दी सारी जिंदगी तू अपनी अंदर की खेती नूं उजाड़ ले, तो जदों तेरी अंदर की खेती उजड़ जाए तो उस तो बाद उन्होंने वाड़ करता फिरे। बेड़ा बंध न सकियो बंधन की वेला,
पर सरवर जब उछलै तब तरन दोहेला। गुरु साहिब जी महाराज कहते जदों तू खेती बीजी है, तैनू पता सी कि खेती हुण वड्ढण ते आ गई है, पक गई है, उदों उसनूं वाड़ करनी सी। हुण पक्की खेती नूं कोई वड्ढ के लै गया, हुण उहनूं वाड़ करदा फिरदा, हुण की फायदा। गुरु साहिब जी महाराज कहते ने फिर ये वासनावां दे वश होके ते कामनावां दे वश होके मंगना। खाट मांगो चौपाई, सिरहाना अवरत लाई, ऊपर को मांगो खींदा, तेरी भगत करो जन थींदा। मैं नाही कीता लभो, एक नाम तेरा मैं फबो। ऐ मेरे परमात्मा, जे तू मैनू अज दा दिन दिता है ते अज दे दिन वास्ते मैनू इन्नियां क वस्तुआं खाण पीण वास्ते दे, ताकि मैं तेरी बंदगी कर सकां। भगतां दा मंगना कामनावां वश होके, कामनावां ते वासना, भगतां दा मंगना कि अज दा जे दिन दिता है ते अज दे दिन वास्ते मैनू इन्नियां क वस्तुआं दी लोड़ है। ते जेड़ा मनुख वासनावां दा वजया है, वासनावां दा वजया फिर इन्नियां क वस्तुआं ते मनुख दे हर एक दे घर दे विच पईआं ही ने। दोए सिर आटा भी होऊगा, लूण भी होऊगा, घ्यो भी होवेगा, तलाई भी होगी, सराहना भी होगा, चौपाई भी होगी, सारा कुछ घर दे विच है। ते फिर वासनावां दा वजह ते मनुख बहुत कुछ मंग रहा परमात्मा तो। गुरु साहिब जी महाराज कहते ने कि तू बंदगी कर, तैनू इन्ना कुछ दिता है, इन्ना कुछ होने के बावजूद भी जे तू बंदगी नहीं करता तो फिर बंदगी करेगा कदों? जदों तेरी बिल्कुल ही मान सरोवर सुक गया, अंदरों सरोवर सी जिहड़ा सुक गया, अंदरों जिंदगी सी जिहड़ी सुक गई, अंदरों जिहड़ी जिंदगी ने किसी का भला करना सी, जिहड़ी जिंदगी ने, क्योंकि किसी का भला जिहड़ा है वो हरी भरी खेती ही किसी का भला कर सकदे। जिहड़ा खेत आप ही सुक्या पिया उहनूं कित्थों किसी का भला करेगा, उहदे विच की पैदा होवेगा? जिहड़ा आप ही खेत सुक्या पिया वो खेत की किसी का पेट भर देवेगा? जिहड़ी जिंदगी आप ही अंदरों सुकी पई है किसी का भला नहीं कर सकती, वो नहीं कर सकती। तो गुरु साहिब जी महाराज ते लानियां कहते कि परमात्मा ने अमृत का कुंड तेरे अंदर तैयार किया है, इनू हरिया भरिया रखना तो समय के मुताबिक तू नाम जपदा रही। जिमें जिमें तू नाम जपेगा ये तेरी जिंदगी हरी भरी रहनी है। जे नाम ना जपिया, समय सिर नाम ना जपिया, तो गुरु साहिब जी महाराज कहते तेरे ये खेती अंदरों सुक जानी है तो वासनावां ने अंदर घर कर लेना है। तो जदों वासनावां अंदर घर कर गईयां, वासनावां अंदर घर कर गईयां, ये लम्मे समय तो लैके अंदर रहीआं, तो फिर इन्हां वासनावां ने तैनूं नाम जपण नहीं देना, फिर नहीं जपण देना ना नाम, क्योंकि अंदर तो इन्हां दा कब्जा हो गया। तो जिहदा कब्जा हो गया ये वासनावां, क्रोध है, लोभ है, हंकार है, मोह है, ये मनुख दे अंदरों फिर कढ़नियां बड़ियां सौखियां नहीं है, बड़ियां औखियां ने, निकलदियां नहीं है। अंदर दुनियावी लैवल ते साडे घर हैगे ने, घर जे कोई आवारा कुत्ता साडे घरे वड़ जे किन्ना कढ़ना औखा है एक। ते गुरु साहिब जी महाराज कहते जिहड़ा लम्मे समय तो लैके तेरे इस शरीर रूपी घर दे विच जिन्हां ने कब्जा कर लिया उन्हां नूं किवें कढेगा? बड़ियां औखियां ने कढ़नियां वासनावां। और यही वासनावां गुरु साहिब जी महाराज कहते ना तैनूं समाज दुख देवे, क्योंकि समाज परमात्मा ने सृष्टि दे विच पैदा किया होया, समाज कदे किसी नूं दुखी नहीं करता। समाज तैनूं कदे दुख नहीं देवेगा। जद भी तू दुखी होवेगा तो अपने आप तो ही दुखी होवेगा अंदरों, क्योंकि समय सिर सी जिहड़ा तू इस फसल नूं अपनी जिंदगी नूं वाड़ नहीं कीती। हुण जदों तेरी अपनी खेती उजड़ गई है तो फिर ये गुरु साहिब जी महाराज कहते तू किसी का कित्थों भला कर देवेगा। तो गुरु साहिब जी महाराजियां का ये जिहड़ा वचन है अकाल पुरख महाराजियां का आपां सरवण कीता। अकाल सूके सरवर पाल बंधावै, लूणै खेत हथ वार करै, आयो चोर तुरंत लै गयो, मेरी राखत मुगद फिरै।
ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਇਹ ਅਨਮੋਲ ਬਚਨ ਨੇ ਜਿਹੜੇ ਅਸੀਂ ਸਤਿਗੁਰੂ ਮਹਾਰਾਜ ਜੀਆਂ ਦੀ ਸੁੱਕੇ ਸਰਵਰ ਪਾਲ ਬੰਧਾਵੈ ਲੂਣੈ ਖੇਤ ਹੱਥ ਵਾਰ ਕਰੈ ਆਇਓ ਚੋਰ ਤੁਰੰਤੈ ਲੈ ਗਇਓ ਮੇਰੀ ਰਾਖਤ ਮਗਧ ਫਿਰੈ। ਐਸਾ ਚੋਰ ਆਉਣਾ ਕਿ ਤੁਰਤ ਹੀ ਸਾਰਾ ਕੁਝ ਚੱਕ ਕੇ ਲੈ ਜਾਣਾ, ਤੁਰਤ ਹੀ ਲੈ ਜਾਂਦੇ ਨੇ। ਤੇ ਜਿਹੜੇ ਇਹ ਹੰਕਾਰ ਹੈ, ਵਾਸ਼ਨਾਮ ਹੈ, ਕ੍ਰੋਧ ਹੈ, ਲੋਭ ਹੈ, ਇਹ ਮਨੁੱਖ ਦੇ ਸਾਰਾ ਕੁਝ ਅੰਦਰੋਂ ਚੁਰਾ ਕੇ ਸਭ ਕੁਝ ਲੈ ਜਾਂਦੇ ਨੇ, ਸਭ ਕੁਝ ਚਲਾ ਕੇ ਲੈ ਜਾਂਦੇ ਨੇ। ਤੇ ਦੁਨਿਆਵੀ ਲੈਵਲ ਤੇ ਮਨੁੱਖ ਬੜੇ ਚੋਰਾਂ ਤੋਂ ਜਿੰਦਰੇ ਲਾਉਂਦਾ ਹੈ, ਬੜੀਆਂ ਉੱਚੀਆਂ ਕੰਧਾਂ ਕਰ ਲੈਂਦਾ ਹੈ, ਕਿੰਨੇ ਯਤਨ ਕਰਦਾ ਕਿ ਮੇਰੇ ਘਰੇ ਕੋਈ ਚੋਰ ਨਾ ਵੜੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਆਪਦੀ ਜ਼ਿੰਦਗੀ ਦੇ ਵੀ ਲਾ ਕਦੇ ਲਾ ਇਹਨੂੰ ਜਿੰਦਰੇ ਕਿ ਤੇਰੇ ਅੰਦਰ ਕੋਈ ਚੋਰ ਨਾ ਵੜੇ। ਜ਼ਿੰਦਗੀ ਦੇ ਤਾਂ ਸਾਰੇ ਦਰਵਾਜ਼ੇ ਚੋਰਾਂ ਵਾਸਤੇ ਖੋਲ੍ਹ ਕੇ ਰੱਖਤੇ ਵੀ ਤੁਸੀਂ ਆਈ ਜਾਓ, ਜਿਹੜੇ ਮਰਜ਼ੀ ਦਰਵਾਜ਼ੇ ਆਈ ਜਾਓ, ਕੋਈ ਗੱਲ ਨਹੀਂ। ਤੇ ਘਰਾਂ ਨੂੰ ਜਿੰਦਰੇ ਮਾਰੀ ਬੈਠਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੇਰੇ ਘਰ ਨੇ ਤੇਰੇ ਨਾਲ ਨਹੀਂ ਜਾਣਾ, ਇਹਨੇ ਤੇਰੇ ਨਾਲ ਨਹੀਂ ਜਾਣਾ। ਖਸਮ ਮਰੈ ਤੋ ਨਾਰ ਨਾ ਰੋਵੇ। ਜੇ ਤੂੰ ਆਪਣੇ ਘਰ ਦਾ ਖਸਮ ਮਾਲਕ ਮਰ ਜਾਏਗਾ, ਤੇਰੇ ਘਰ ਨੇ ਤੇਰੇ ਮਗਰੋਂ ਰੋਣਾ ਨਹੀਂ ਹੈ ਵੀ ਮੈਂ ਤਾਂ ਉਹਦੇ ਨਾਲ ਜਾਣਾ ਸੀ। ਉਸ ਰਖਵਾਰਾ ਔਰ ਉਹ ਹੋਵੇ, ਉਹਦਾ ਰਖਵਾਰਾ ਤੇ ਦੂਜਾ ਬੈਠਾ ਤੇਰਾ ਪੁੱਤ, ਉਹਨੂੰ ਕੀ ਲੋੜ ਰੋਣ ਦੀ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜ਼ਿੰਦਗੀ ਦੇ ਜਿਹੜੇ ਤੇਰੇ ਦਰਵਾਜ਼ੇ ਨੇ, ਇਹਨਾਂ ਨੂੰ ਨਾਮ ਜਪ ਜਪ ਕੇ ਇਹਨਾਂ ਨੂੰ ਲੌਕ ਲਾ ਲਾ ਤਾਂ ਕਿ ਕੋਈ ਵੀ ਚੋਰ ਤੇਰੀ ਜ਼ਿੰਦਗੀ ਦੇ ਅੰਦਰੋਂ ਕੁਛ ਚੁਰਾ ਨਾ ਸਕੇ। ਤੇ ਮਨੁੱਖ ਨੇ ਜ਼ਿੰਦਗੀ ਦੇ ਦਰਵਾਜ਼ੇ ਸਾਰੇ ਦੇ ਸਾਰੇ ਖੁੱਲ੍ਹੇ ਰੱਖੇ ਹੋਏ ਨੇ। ਸਾਰੇ ਚੋਰਾਂ ਨੂੰ ਸੁਨੇਹਾ ਦਿੱਤਾ ਹੋਇਆ, ਜਦ ਮਰਜੀ ਕ੍ਰੋਧ ਆ ਜਾਏ, ਜਦ ਮਰਜੀ ਹੰਕਾਰ ਆ ਜਾਏ, ਜਦ ਮਰਜੀ ਲੋਭ ਆ ਜਾਏ, ਜਿਹਦਾ ਜੀ ਕਰਦਾ ਜਦੋਂ ਮਰਜੀ ਆਓ ਤੇ ਜਦੋਂ ਮਰਜੀ ਲੁੱਟ ਕੇ ਲੈ ਜਾਓ। ਤੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇੱਕ ਦਿਨ ਤੇਰਾ ਜੀਵਨਾ ਜਿਹੜਾ ਹੈ ਇਹ ਲੁੱਟਿਆ ਜਾਣਾ, ਤੇਰਾ ਜੀਵਨਾ ਲੁੱਟਿਆ ਜਾਣਾ ਹੈ। ਅੰਦਰ ਵਾਸ਼ਨਾਵਾਂ ਨੇ ਘਰ ਕਰ ਲੈਣਾ ਹੈ। ਫਿਰ ਜਦ ਤੂੰ ਆਪਣੇ ਘਰ ਦੇ ਵਿੱਚ ਹੋਵੇਂਗਾ ਤੈਨੂੰ ਫਿਰ ਵੀ ਵਾਸ਼ਨਾਵਾਂ ਤੰਗ ਕਰਨੀਆਂ, ਰਿਸ਼ਤੇਦਾਰੀ 'ਚ ਜਾਏਗਾ ਫਿਰ ਵੀ ਤੈਨੂੰ ਵਾਸ਼ਨਾਵਾਂ ਤੰਗ ਕਰਨੀਆਂ। ਫਿਰ ਜਦੋਂ ਤੂੰ ਪਰਮਾਤਮਾ ਦੇ ਕੋਲੇ ਬੈਠਾ ਹੋਵੇਂਗਾ ਵਾਸ਼ਨਾਵਾਂ ਤੈਨੂੰ ਫਿਰ ਵੀ ਤੰਗ ਕਰਨੀਆਂ, ਕਿਉਂਕਿ ਤੇਰੀ ਜ਼ਿੰਦਗੀ ਦੇ ਅੰਦਰ ਵਾਸ਼ਨਾਵਾਂ ਦਾ ਕਬਜ਼ਾ ਹੋ ਚੁੱਕਿਆ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਦਾ ਇਹ ਅਨਮੋਲ ਵਚਨ ਹੈ। ਇੱਕ ਕਾਮਨਾਵਾਂ ਕਰਕੇ ਰੱਬ ਦੇ ਪਿਆਰਿਆਂ ਨੇ ਭਗਤਾਂ ਨੇ ਮੰਗਿਆ, ਇੱਕ ਵਾਸ਼ਨਾਵਾਂ ਕਰਕੇ ਦੁਨਿਆਵੀ ਮਨੁੱਖ ਪਰਮਾਤਮਾ ਤੋਂ ਬਹੁਤ ਕੁਛ ਮੰਗ ਰਿਹਾ। ਤਾਂ ਸੂਕੇ ਸਰਵਰ ਪਾਲ ਬੰਧਾਵੈ ਲੂਣੈ ਖੇਤ ਹੱਥ ਵਾਰ ਕਰੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਆਇਓ ਚੋਰ ਤੁਰੰਤੈ ਲੈ ਗਇਓ ਮੇਰੀ ਰਾਖਤ ਮੁਗਧ ਫਿਰੈ। ਸੋ ਗੁਰੂ ਅਕਾਲ ਪੁਰਖ ਮਹਾਰਾਜ ਜੀਆਂ ਦਾ ਅਨਮੋਲ ਵਚਨ ਆਪਾਂ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ। ਭੁੱਲਾਂ ਚੁੱਕਾਂ ਦੀ ਖੇਮਾ ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।